एक्सरसाइज 11.1 का पहला सवाल है। एक दिती हुई किरण के आरंभिक बिंदु ते 90 डिग्री के कोण की रचना करो अते कारण सहित रचना की पुष्टि करो। सो बच्चों इत्थे असी पहले एक किरण खिंचते हाँ OX बिंदु O अते X। हुण प्रकार नूं उचित हिसाब नाल खोल के एक चाप लगाउंदे हाँ जिस दे विच कि असीं O नूं केंद्र मन के चलदे हाँ अते एक चाप लगा लेंदे हाँ। हुण बच्चों जिते ये चाप किरण नाल मिलती है उस बिंदु नूं केंद्र मन के जां इदां कह लो कि उस बिंदु ते प्रकार दा सूए नूं रख के एक चाप लगाउंदे हाँ जो कि पहली चाप नूं कटदी होवे। इस तरह असीं पहलां एक चाप लगाउंदे हाँ जो कि पहले वाली चाप नूं इत्थे कटदी है। हुण जिते चाप कटदी है उत्थे प्रकार दा सूआ रख के या कह लो कि उस बिंदु नूं केंद्र मन के एक होर चाप लगाउंदे हाँ जो कि पहले वाली चाप नूं कटदी है। हुण साडे कोल दो निशान प्राप्त हो गए हैं जिथे कि पहले वाली चाप नूं कटदे हन। हुण असीं इत्थे इस बिंदु नूं केंद्र मन के इस चाप दे उपर एक नवीं चाप लगाउंदे हां अते फिर जो पहले वाला बिंदु सी जिथे चाप नूं कट्टिया सीगा उत्थे प्रकार रख के पहले वाली चाप नूं कटदे होए निशान लगाउंदे हां। हुण साडे कोल जो ये दोनों चापां सन वो इस बिंदु ते आपस दे विच कटदियां हन। हुण असीं इस बिंदु नूं बिंदु O दे नाल मिला के एक किरण खिंचदे हां। इसदा असीं नाम रख दिंदे हां OY। तो इस तरह बच्चों साडे कोल XOY 90 डिग्री का कोण प्राप्त हो जाता है। आओ हुण रचना दे पग लिखते हाँ। नंबर 1 आरंभक बिंदु O तो किरण OX खिंचो। नंबर 2 बिंदु O नूं केंद्र मन के ते कुछ अर्ध व्यास लैके एक चाप लगाओ जो OX नूं A ते कटदी है। नंबर 3 A नूं केंद्र मन के अते पहला वाला अर्ध व्यास लैके एक चाप लगाओ जो पहली चाप नूं B ते कटदी है। नंबर 4 B नूं केंद्र मन के अते पहला वाला अर्ध व्यास लैके एक चाप लगाओ जो पहली चाप नूं C ते कटदी है। नंबर 5 B अते C नूं केंद्र मन के अते बराबर अर्ध व्यास लैके चाप लगाओ जो आपस विच D ते कटदियां हन। बिंदु O तो किरण OD बनाओ। कोण XOY
ਲੋੜੀਂਦਾ 90 ਡਿਗਰੀ ਦਾ ਕੋਣ ਹੈ। ਆਓ ਬੱਚਿਓ ਹੁਣ ਕਾਰਨ ਸਹਿਤ ਇਸ ਰਚਨਾ ਦੀ ਪੁਸ਼ਟੀ ਕਰਦੇ ਹਾਂ ਕਿ ਕੀ ਇਹ ਕੋਣ 90 ਡਿਗਰੀ ਦਾ ਹੈ ਜਾਂ ਨਹੀਂ। ਉਸ ਦੇ ਲਈ ਬੱਚਿਓ ਅਸੀਂ ਜੋ ਪਹਿਲੀ ਚਾਪ ਵਾਲਾ ਬਿੰਦੂ ਸੀ ਉਸ ਨੂੰ O ਦੇ ਨਾਲ ਮਿਲਾ ਲੈਂਦੇ ਹਾਂ ਅਤੇ ਇसी ਬਿੰਦੂ ਨੂੰ ਜਿੱਥੋਂ ਚਾਪ ਸਟਾਰਟ ਹੋਈ ਸੀ, ਜਿੱਥੋਂ ਕਿ ਕਿਰਨ OX ਨੂੰ ਕੱਟਦੀ ਸੀ, ਇਸ ਨੂੰ ਉਸ ਬਿੰਦੂ ਨਾਲ ਵੀ ਮਿਲਾ ਲੈਂਦੇ ਹਾਂ। ਇਸੇ ਤਰ੍ਹਾਂ ਜੋ ਦੂਸਰੀ ਚਾਪ ਨੇ ਕੱਟ ਪਾਇਆ ਸੀਗਾ ਉਸ ਬਿੰਦੂ ਨੂੰ ਅਸੀਂ ਬਿੰਦੂ O ਦੇ ਨਾਲ ਮਿਲਾ ਲੈਂਦੇ ਹਾਂ ਅਤੇ ਫਿਰ ਦੋਨਾਂ ਕੱਟਣ ਵਾਲੀਆਂ ਚਾਪਾਂ ਨੂੰ ਵੀ ਆਪਸ 'ਚ ਮਿਲਾ ਲੈਂਦੇ ਹਾਂ। ਇਸ ਤਰ੍ਹਾਂ ਬੱਚਿਓ ਸਾਡੇ ਕੋਲ ਦੋ ਤਿਕੋਣਾ ਪ੍ਰਾਪਤ ਹੋ ਜਾਂਦੀਆਂ ਹਨ। ਹੁਣ ਬੱਚਿਓ ਜੋ ਇਹ ਪਹਿਲੀ ਤਿਕੋਣ ਹੈ ਅਸੀਂ ਇਸ ਨੂੰ ਨਾਮ ਦੇ ਦਿੰਦੇ ਹਾਂ O A B ਤੇ ਇਸ ਬਿੰਦੂ ਨੂੰ ਨਾਮ ਦਿੰਦੇ ਹਾਂ C। ਹੁਣ ਬੱਚਿਓ ਜੋ ਇੱਥੇ ਪਹਿਲੀ ਤਿਕੋਣ ਹੈ O A B ਇਹ ਇੱਕ ਸਮਭੁਜੀ ਤਿਕੋਣ ਹੈ ਕਿਉਂਕਿ ਇੱਥੇ ਸਾਡੇ ਕੋਲ ਜਦੋਂ ਅਸੀਂ ਚਾਪ ਲਈ ਸੀ ਇਸ ਲੰਬਾਈ ਦੀ OA ਦੀ ਉਸੇ ਲੰਬਾਈ ਦੇ ਬਰਾਬਰ ਹੀ ਸਾਡੇ ਕੋਲ ਇੱਥੇ AB ਦੀ ਲੰਬਾਈ ਹੋਵੇਗੀ ਅਤੇ ਕਿਉਂਕਿ ਇਹ ਇੱਕ ਚੱਕਰ ਹੈ ਤਾਂ ਚੱਕਰ ਦੇ ਜਿਹੜੇ ਅਰਧ ਵਿਆਸ ਹੁੰਦੇ ਹਨ ਉਹ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ ਤਾਂ OB ਅਤੇ OA ਦੀ ਲੰਬਾਈ ਸੇਮ ਹੋਵੇਗੀ ਅਤੇ OB ਦੀ ਲੰਬਾਈ ਵੀ ਸੇਮ ਹੀ ਹੋਵੇਗੀ। ਇਸ ਤਰ੍ਹਾਂ OAB ਇੱਕ ਸਮਭੁਜੀ ਤ੍ਰਿਭੁਜ ਹੈ ਜਿਸ ਦੇ ਕਿ ਤਿੰਨੋਂ ਹੀ ਕੋਣ 60 ਡਿਗਰੀ ਦੇ ਹੋਣਗੇ। ਇਸ ਤਰ੍ਹਾਂ ਇਹ ਕੋਣ ਸਾਡੇ ਕੋਲ 60 ਡਿਗਰੀ ਦਾ ਹੁੰਦਾ ਹੈ। ਹੁਣ ਸਾਡੇ ਕੋਲ ਦੂਜੀ ਤ੍ਰਿਭੁਜ ਹੈ OBC ਜਿਸ ਦੇ ਵਿੱਚ ਕਿ ਤਿੰਨੇ ਹੀ ਭੁਜਾਵਾਂ ਬਰਾਬਰ ਹਨ ਕਿਉਂਕਿ BO ਅਤੇ OC ਦੋਨੋਂ ਹੀ ਇਸ ਚਾਪ ਦੇ ਅਰਧ ਵਿਆਸ ਹਨ ਅਤੇ ਫਿਰ ਦੋਨੋਂ ਹੀ ਚਾਪਾਂ ਨੂੰ ਆਪਸ ਦੇ ਵਿੱਚ ਮਿਲਾਇਆ ਗਿਆ ਹੈ ਤਾਂ ਇਹਨਾਂ ਤਿੰਨਾਂ ਹੀ ਭੁਜਾਵਾਂ ਦੀ ਲੰਬਾਈ ਬਰਾਬਰ ਹੋਵੇਗੀ। ਜੇ ਤਿੰਨੋਂ ਭੁਜਾਵਾਂ ਦੀ ਲੰਬਾਈ ਬਰਾਬਰ ਹੋਵੇਗੀ ਤਾਂ ਇਹ ਵੀ ਇੱਕ ਸਮਭੁਜੀ ਤ੍ਰਿਭੁਜ ਹੋਵੇਗੀ ਜਿਸ ਦੇ ਕਿ ਤਿੰਨੋਂ ਹੀ ਕੋਣ 60-60 ਡਿਗਰੀ ਦੇ ਹੋਣਗੇ। ਹੁਣ ਜੋ ਇਹ ਵਾਲੀ ਕਿਰਨ ਹੈ ਇਹ ਇਸ ਕੋਣ ਨੂੰ ਸਮਦੋਭਾਜਿਤ ਕਰਦੀ ਹੈ। ਇਸ ਤਰ੍ਹਾਂ ਜੋ ਇਹ ਕੋਣ ਹੈ ਇਹ ਸਾਡੇ ਕੋਲ 30 ਡਿਗਰੀ ਦਾ ਹੋਵੇਗਾ। ਸੋ ਜੋ ਟੋਟਲ ਕੋਣ ਸੀਗਾ XOY ਸੋ ਕੋਣ XOY ਬਰਾਬਰ ਹੈ XOB ਕੋਣ XOB ਪਲਸ BOY ਕੋਣ BOY ਤਾਂ ਇਹ ਸਾਡੇ ਕੋਲ 60 ਡਿਗਰੀ ਦਾ ਕੋਣ ਹੈ, ਇਹ ਸਾਡੇ ਕੋਲ 30 ਡਿਗਰੀ ਦਾ ਕੋਣ ਹੈ ਤਾਂ ਸਾਡੇ ਕੋਲ ਕੁੱਲ ਕੋਣ 90 ਡਿਗਰੀ ਦਾ ਪ੍ਰਾਪਤ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ XOY 90 ਡਿਗਰੀ ਦਾ ਕੋਣ ਹੈ। ਆਓ ਹੁਣ ਅਗਲੇ ਸਵਾਲ ਦੀ ਦੁਹਰਾਈ ਕਰਦੇ ਹਾਂ। ਹੇਠ ਦਿੱਤੇ ਮਾਪਾਂ ਦੇ ਕੋਣਾਂ ਦੀ ਰਚਨਾ ਕਰੋ। ਨੰਬਰ 1 30 ਡਿਗਰੀ, ਨੰਬਰ 2 22.5 ਡਿਗਰੀ, ਨੰਬਰ 3 15 ਡਿਗਰੀ। ਸੋ ਆਓ ਬੱਚਿਓ ਅਸੀਂ ਪਹਿਲਾਂ ਪਹਿਲੇ ਭਾਗ ਦੀ ਦੁਹਰਾਈ ਕਰਦੇ ਹਾਂ। ਜਦੋਂ ਅਸੀਂ 30 ਡਿਗਰੀ ਦਾ ਕੋਣ ਬਣਾਉਣਾ ਹੈ ਉਸ ਦੇ ਲਈ ਪਹਿਲਾਂ ਅਸੀਂ ਇੱਕ ਕਿਰਨ ਖਿੱਚਦੇ ਹਾਂ ਤੇ ਇਸ ਦਾ ਨਾਮ ਰੱਖ ਦਿੰਦੇ ਹਾਂ OA। ਹੁਣ ਅਸੀਂ
ਉਚਿਤ ਦੂਰੀ ਦੀ ਪ੍ਰਕਾਰ ਖੋਲ੍ਹ ਕੇ ਅਤੇ O ਨੂੰ ਕੇਂਦਰ ਮੰਨ ਕੇ ਇੱਕ ਚਾਪ ਲਗਾਉਂਦੇ ਹਾਂ। ਹੁਣ ਪ੍ਰਕਾਰ ਨੂੰ ਜਿੱਥੋਂ ਇਹ ਚਾਪ ਕਿਰਨ OA ਨੂੰ ਕੱਟਦੀ ਹੈ ਉੱਥੇ ਰੱਖ ਕੇ ਇਸ ਚਾਪ ਨੂੰ ਕੱਟਦੀ ਹੋਈ ਇੱਕ ਹੋਰ ਚਾਪ ਲਗਾਉਂਦੇ ਹਾਂ। ਜਿਸ ਬਿੰਦੂ ਤੇ ਇਹ ਚਾਪ ਕੱਟਦੀ ਹੈ ਇੱਥੇ ਸਾਡੇ ਕੋਲ 60 ਡਿਗਰੀ ਦਾ ਕੋਣ ਬਣਦਾ ਹੈ, ਪਰ ਅਸੀਂ 30 ਡਿਗਰੀ ਦਾ ਕੋਣ ਬਣਾਉਣਾ ਹੈ ਅਤੇ ਸਾਨੂੰ ਪਤਾ ਹੈ ਕਿ 60 ਡਿਗਰੀ ਦਾ ਅੱਧ 30 ਡਿਗਰੀ ਹੁੰਦਾ ਹੈ, ਤਾਂ ਅਸੀਂ ਇਸ ਕੋਣ ਦਾ ਅੱਧ ਕਰ ਦੇਵਾਂਗੇ। ਤਾਂ ਉਸ ਦੇ ਲਈ ਅਸੀਂ ਪ੍ਰਕਾਰ ਨੂੰ ਰੱਖਦੇ ਹੋਏ ਇੱਕ ਚਾਪ ਲਗਾਵਾਂਗੇ ਅਤੇ ਫਿਰ ਉਨੇ ਹੀ ਲੰਬਾਈ ਦੀ ਖੋਲ੍ਹੀ ਹੋਈ ਪ੍ਰਕਾਰ ਨੂੰ ਜਿੱਥੇ ਸਾਡਾ 60 ਡਿਗਰੀ ਦੇ ਕੋਣ ਦੀ ਚਾਪ ਲੱਗੀ ਹੈ ਉੱਥੇ ਰੱਖਦੇ ਹੋਏ ਪਹਿਲਾਂ ਵਾਲੀ ਚਾਪ ਨੂੰ ਕੱਟ ਦੇਵਾਂਗੇ। ਹੁਣ ਜਿੱਥੇ ਦੋਨੋਂ ਹੀ ਚਾਪਾਂ ਆਪਸ ਵਿੱਚ ਕੱਟਦੀਆਂ ਹਨ ਉਸ ਬਿੰਦੂ ਨੂੰ ਉਹ ਬਿੰਦੂ ਦੇ ਨਾਲ ਮਿਲਾ ਦੇਵਾਂਗੇ। ਇਸ ਤਰ੍ਹਾਂ ਸਾਡੇ ਕੋਲ 30 ਡਿਗਰੀ ਦਾ ਕੋਣ ਪ੍ਰਾਪਤ ਹੋ ਜਾਵੇਗਾ। ਤਾਂ ਅਸੀਂ ਇੱਥੋਂ ਇੱਕ ਕਿਰਨ ਖਿੱਚ ਦਿੱਤੀ ਜਿਸ ਦਾ ਕਿ ਅਸੀਂ ਨਾਂ ਰੱਖ ਦਿੱਤਾ ਹੈਗਾ OB। ਇਸ ਤਰ੍ਹਾਂ ਸਾਡੇ ਕੋਲ ਕੋਣ AOB ਪ੍ਰਾਪਤ ਹੁੰਦਾ ਹੈ ਜਿਸ ਦਾ ਕਿ ਮਾਪ 30 ਡਿਗਰੀ ਹੈ। ਆਓ ਹੁਣ ਅਗਲੇ ਕੋਣ ਦੀ ਰਚਨਾ ਕਰਦੇ ਹਾਂ ਜਿਸ ਦਾ ਕਿ ਮਾਪ 22.5 ਡਿਗਰੀ ਯਾਨੀ ਕਿ 22 ਸਹੀ 1/2 ਡਿਗਰੀ ਹੋਵੇ। ਇਸ ਦੇ ਲਈ ਬੱਚੋ ਅਸੀਂ ਉਸੇ ਤਰ੍ਹਾਂ ਹੀ ਪਹਿਲਾਂ ਇੱਕ ਕਿਰਨ ਬਣਾਵਾਂਗੇ ਜਿਸ ਦਾ ਕਿ ਅਸੀਂ ਕੋਈ ਵੀ ਨਾਮ ਰੱਖ ਦੇਵਾਂਗੇ। ਜਿਵੇਂ ਪਹਿਲਾਂ ਰੱਖਿਆ ਸੀਗਾ ਅਸੀਂ ਇਸ ਦਾ ਨਾਮ OA ਰੱਖ ਦਿੰਦੇ ਹਾਂ। ਹੁਣ ਅਸੀਂ ਕਿਉਂਕਿ 22.5 ਡਿਗਰੀ ਦਾ ਕੋਣ ਬਣਾਉਣਾ ਹੈ ਉਸ ਦੇ ਲਈ ਬੱਚੋ ਪਹਿਲਾਂ ਅਸੀਂ ਇੱਥੇ 90 ਡਿਗਰੀ ਦਾ ਕੋਣ ਬਣਾਵਾਂਗੇ, ਫਿਰ ਅਸੀਂ 90 ਡਿਗਰੀ ਦਾ ਹਾਫ ਕਰਕੇ ਅੱਧ ਕਰਕੇ ਉਸ ਨੂੰ 45 ਡਿਗਰੀ ਦੇ ਵਿੱਚ ਬਦਲ ਦੇਵਾਂਗੇ ਅਤੇ ਫਿਰ 45 ਡਿਗਰੀ ਦਾ ਅੱਧ ਕਰਕੇ ਉਸ ਨੂੰ 22 ਸਹੀ 1/2 ਡਿਗਰੀ ਦਾ ਕੋਣ ਬਣਾ ਦੇਵਾਂਗੇ। ਸੋ 90 ਡਿਗਰੀ ਦੇ ਕੋਣ ਦੇ ਲਈ ਜਿਵੇਂ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਉਸ ਦੇ ਲਈ ਪਹਿਲੇ ਅਸੀਂ ਇੱਥੇ O ਨੂੰ ਕੇਂਦਰ ਮੰਨ ਕੇ ਅਤੇ OA ਕਿਰਨ ਨੂੰ ਕੱਟਦੀ ਹੋਈ ਇੱਕ ਚਾਪ ਲਗਾਉਂਦੇ ਹਾਂ। ਫਿਰ ਜਿੱਥੇ ਇਹ ਚਾਪ ਕਿਰਨ ਨੂੰ ਕੱਟਦੀ ਹੈ ਉੱਥੇ ਪ੍ਰਕਾਰ ਨੂੰ ਰੱਖਦੇ ਹੋਏ ਪਹਿਲੀ ਵਾਲੀ ਚਾਪ ਨੂੰ ਕੱਟ ਦਿੰਦੇ ਹਾਂ। ਫਿਰ ਜਿੱਥੋਂ ਇਹ ਚਾਪ ਕੱਟਦੀ ਹੈ ਉੱਥੇ ਪ੍ਰਕਾਰ ਰੱਖ ਕੇ ਪ੍ਰਕਾਰ ਨੂੰ ਬਿਨਾਂ ਘੱਟ ਵੱਧ ਕੀਤੇ ਹੋਏ ਇੱਕ ਹੋਰ ਚਾਪ ਲਗਾ ਦਿੰਦੇ ਹਾਂ। ਫਿਰ ਅਸੀਂ ਪ੍ਰਕਾਰ ਨੂੰ ਦੂਸਰੀ ਵਾਲੀ ਜਿੱਥੇ ਕੱਟੀ ਸੀ ਚਾਪ ਉੱਥੋਂ ਕੱਟ ਕੇ ਇੱਕ ਉੱਪਰ ਵੱਲ ਚਾਪ ਲਗਾਉਂਦੇ ਹਾਂ ਅਤੇ ਜਿੱਥੇ ਪਹਿਲਾਂ ਚਾਪ ਨੂੰ ਕੱਟਿਆ ਸੀਗਾ ਉੱਥੇ ਪ੍ਰਕਾਰ ਨੂੰ ਰੱਖ ਕੇ ਪਹਿਲੇ ਵਾਲੀ ਚਾਪ ਨੂੰ ਕੱਟ ਦਿੰਦੇ ਹਾਂ। ਹੁਣ ਜਿੱਥੇ ਇਹ ਦੋਨੇ ਚਾਪਾਂ ਕੱਟਦੀਆਂ ਹਨ ਉਸ ਬਿੰਦੂ ਨੂੰ O ਦੇ ਨਾਲ ਮਿਲਾ ਦਿੰਦੇ ਹਾਂ ਅਤੇ 90 ਡਿਗਰੀ ਦਾ ਕੋਣ ਦੀ ਕਿਰਨ ਖਿੱਚ ਦਿੰਦੇ ਹਾਂ। ਤਾਂ ਇੱਥੇ ਸਾਡੇ ਕੋਲ ਇੱਕ 90 ਡਿਗਰੀ ਦੇ ਕੋਣ ਬਣਾਉਂਦੀ ਹੋਈ ਕਿਰਨ ਖਿੱਚੀ ਗਈ ਹੈ। ਹੁਣ ਅਸੀਂ ਸੈਕੰਡ 90 ਡਿਗਰੀ ਦਾ ਅੱਧ ਕਰਕੇ 45 ਡਿਗਰੀ ਦਾ ਕੋਣ ਬਣਾਵਾਂਗੇ। ਉਸ ਦੇ ਲਈ ਅਸੀਂ ਜਿੱਥੇ 90 ਡਿਗਰੀ ਦਾ ਕੋਣ ਬਣਦਾ ਹੈ ਉਸ ਨੂੰ ਕੱਟਦੀ ਹੋਈ ਚਾਪ 'ਤੇ ਪ੍ਰਕਾਰ ਰੱਖਦੇ ਹੋਏ ਅਸੀਂ ਚਾਪ ਲਗਾਵਾਂਗੇ। ਹੁਣ ਜਿੱਥੇ 90 ਡਿਗਰੀ ਦਾ ਕੋਣ ਨੂੰ ਇਹ ਚਾਪ ਕੱਟਦੀ ਹੈ ਇਸ ਬਿੰਦੂ ਤੋਂ ਰੱਖ ਕੇ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਦੇਵਾਂਗੇ।
ਹੁਣ ਜਿੱਥੇ ਦੋਨੋਂ ਹੀ ਚਾਪਾਂ ਆਪਸ ਦੇ ਵਿੱਚ ਕੱਟਦੀਆਂ ਹਨ ਉਸ ਨੂੰ ਉਹ ਬਿੰਦੂ ਨਾਲ ਮਿਲਾਉਣ 'ਤੇ ਸਾਡੇ ਕੋਲ 45 ਡਿਗਰੀ ਦਾ ਕੋਣ ਪ੍ਰਾਪਤ ਹੋ ਜਾਵੇਗਾ। ਪਰ ਕਿਉਂਕਿ ਅਸੀਂ 22 ਸਹੀ 1/2 ਡਿਗਰੀ यानी कि 22.5 डिग्री का कोण बनाना है तो फिर सानू 45 डिग्री के कोण का अद्ध करना पवेगा। फिर उस तरह ही असी इस कोण के विचकारले इत्थों रख के एक चाप लगावांगे अते फिर जिथे 45 डिग्री का कोण इस चाप नूं कटदा है उत्थे प्रकार रखते हुए इस चाप नूं कट लवांगे। तो हुण साडे कोल जो प्राप्त होया घाट बिंदु है इस नूं बिंदु O दे नाल मिला देवांगे। इस तरह साडे कोल A O B कोण प्राप्त हुंदा है जिसका कि माप 22 सही 1/2 डिग्री जां 22.5 डिग्री का कोण प्राप्त हुंदा है। आओ हुण इस सवाल की तीसरी रचना बनाते हाँ जो कि 15 डिग्री का कोण है। इस दे लई असीं पहला वांग ही एक किरण खिंचते हाँ जिसका कि असीं नाम AB रख दिंदे हाँ। हुण असीं एक उचित अर्ध व्यास लैके अते A नूं केंद्र मन के एक चाप लगाते हाँ। उस तो बाद असी पहला 60 डिग्री का कोण बनाते हाँ। उस दे लई असी वो बिंदु जिथे किरण अते चाप कटदी है उसनूं केंद्र मन के एक चाप लगावांगे जो कि पहली वाली चाप नूं कटदी है। तो बच्चों इत्थे साडे कोल 60 डिग्री का कोण प्राप्त हो जाता है। तो जदों असी 15 डिग्री का कोण बनाना है उस दे लिए असी पहला 60 डिग्री के कोण का अद्ध करांगे तो सानू 30 डिग्री का कोण प्राप्त हो जाएगा। सो इत्थे साडे कोल पहले 60 डिग्री का कोण बनता है। सो ये साडे कोल एक 60 डिग्री का कोण बन गया है। हुण असी इस कोण का अद्ध करांगे जिस दे नाल के सानू 30 डिग्री का कोण प्राप्त हो जाएगा। उस दे लई असी कुछ अर्ध व्यास की प्रकार खोलांगे अते इस बिंदु नूं केंद्र मन के इस 60 डिग्री के कोण के विचकार एक चाप लगाउंदे हां। हुण असी दूजा बिंदु जिथे 60 डिग्री का कोण बनिया है उसनूं केंद्र मन के अते उन्नी ही प्रकार खोली हुई एक चाप लगाउंदे हां जो पहली चाप नूं कटदी है। हुण जिस बिंदु ते ये दोने चापां कटदियां हन उत्थे साडे कोल 30 डिग्री का कोण प्राप्त हो जाता है। तो असी इस बिंदु A नूं इस बिंदु नाल मिला के एक किरण खिंचते हाँ जो कि 30 डिग्री का कोण बनाउंदी है। हुण 15 डिग्री के कोण के लिए असी 30 डिग्री के कोण का अद्ध कर देवांगे तो सानू 15 डिग्री का कोण प्राप्त हो जाएगा। उस दे लई असी इस 30 डिग्री के कोण का अद्ध करन दे लई असी इत्थों प्रकार रख के चाप लगाउंदे हाँ अते फिर जिथे 30 डिग्री का कोण बनिया सी उत्थे रख के आपस दे विच चाप लगाउंदे हाँ। जो दोने चापां आपस दे विच कट जाणगियां तो उत्थे साडे कोल इस 30 डिग्री के कोण का अद्ध हो जाएगा। हुण असी इस बिंदु नूं A बिंदु दे नाल मिला के किरण खिंच दिंदे हाँ
ਇਹ ਕਿਰਨ 15 ਡਿਗਰੀ ਦਾ ਕੋਣ ਬਣਾਉਂਦੀ ਹੈ। ਆਓ ਬੱਚੋ ਹੁਣ ਅਗਲੇ ਸਵਾਲ ਦੀ ਦੁਹਰਾਈ ਕਰਦੇ ਹਾਂ। ਅਗਲਾ ਸਵਾਲ ਹੈ ਨਿਮਨ ਕੋਣਾਂ ਦੀ ਰਚਨਾ ਕਰੋ ਅਤੇ ਕੋਣ ਮਾਪਕ ਦੁਆਰਾ ਮਾਪ ਕੇ ਪੁਸ਼ਟੀ ਕਰੋ। ਸੋ ਬੱਚੋ ਇੱਥੇ ਅਸੀਂ ਪਹਿਲਾ ਭਾਗ ਹੈ 75 ਡਿਗਰੀ ਦੇ ਕੋਣ ਦੀ ਰਚਨਾ ਕਰਾਂਗੇ ਅਤੇ ਫਿਰ ਉਸ ਨੂੰ ਅਸੀਂ ਕੋਣ ਮਾਪਕ ਯਾਨੀ ਕਿ ਡੀ ਦੇ ਨਾਲ ਮਾਪਾਂਗੇ। ਅਸੀਂ ਪਹਿਲਾਂ ਇੱਕ ਕਿਰਨ ਲੈਂਦੇ ਹਾਂ x y। ਹੁਣ ਅਸੀਂ x ਦੇ ਉੱਪਰ ਪਹਿਲੇ 90 ਡਿਗਰੀ ਦਾ ਕੋਣ ਬਣਾਵਾਂਗੇ। ਉਸ ਦੇ ਲਈ ਅਸੀਂ ਲੋੜੀਂਦਾ ਅਰਧ ਵਿਆਸ ਲੈ ਕੇ ਇੱਕ ਚਾਪ ਲਗਾਉਂਦੇ ਹਾਂ। 19 ਹੀ ਪ੍ਰਕਾਰ ਨੂੰ ਖੋਲ੍ਹਦੇ ਹੋਏ ਪਹਿਲੀ ਚਾਪ ਨੂੰ ਇੱਕ ਪੁਆਇੰਟ 'ਤੇ ਕੱਟਦੇ ਹਾਂ ਅਤੇ ਫਿਰ ਦੂਸਰੀ ਜਗ੍ਹਾ 'ਤੇ ਕੱਟਦੇ ਹਾਂ। ਅਤੇ ਇੱਥੋਂ ਉੱਪਰ ਚਾਪ ਲਗਾਉਂਦੇ ਹਾਂ ਅਤੇ ਦੂਸਰੇ ਬਿੰਦੂ ਨੂੰ ਕੇਂਦਰ ਮੰਨ ਕੇ ਚਾਪ ਲਗਾ ਕੇ ਆਪਸ ਦੇ ਵਿੱਚ ਕੱਟਦੇ ਹਾਂ, ਜਿੱਥੋਂ ਕਿ ਸਾਨੂੰ 90 ਡਿਗਰੀ ਦਾ ਕੋਣ ਪ੍ਰਾਪਤ ਹੋ ਜਾਂਦਾ ਹੈ। ਹੁਣ ਕਿਉਂਕਿ ਅਸੀਂ 75 ਡਿਗਰੀ ਦਾ ਕੋਣ ਬਣਾਉਣਾ ਹੈ ਤਾਂ 75 ਡਿਗਰੀ ਦੇ ਲਈ ਅਸੀਂ ਇਹਨਾਂ ਦੋਨਾਂ ਕੋਣਾਂ ਦਾ ਅੱਧ ਕਰਾਂਗੇ, ਅਰਥਾਤ 90 ਡਿਗਰੀ ਪਲੱਸ 60 ਡਿਗਰੀ ਬਟੇ 2। ਇਹ ਸਾਡੇ ਕੋਲ ਆ ਗਿਆ 150 ਡਿਗਰੀ ਬਟੇ 2 ਬਰਾਬਰ 75 ਡਿਗਰੀ। ਤਾਂ ਇਹ ਸਾਡੇ ਕੋਲ 90 ਡਿਗਰੀ ਦਾ ਕੋਣ ਹੈ ਤੇ ਸਾਡੇ ਕੋਲ 60 ਡਿਗਰੀ ਦਾ ਕੋਣ ਹੈ। ਹੁਣ ਅਸੀਂ ਇਹਨਾਂ ਦੋਨਾਂ ਕੋਣਾਂ ਦਾ ਅੱਧ ਕਰ ਦੇਵਾਂਗੇ ਤਾਂ ਸਾਨੂੰ 75 ਡਿਗਰੀ ਦਾ ਕੋਣ ਪ੍ਰਾਪਤ ਹੋ ਜਾਵੇਗਾ। ਸੋ ਇੱਥੇ ਅਸੀਂ ਇੱਕ ਚਾਪ ਲਗਾਉਂਦੇ ਹਾਂ ਅਤੇ ਫਿਰ 90 ਡਿਗਰੀ 'ਤੇ ਰੱਖ ਕੇ ਦੋਨਾਂ ਚਾਪਾਂ ਨੂੰ ਆਪਸ ਵਿੱਚ ਕੱਟ ਲੈਂਦੇ ਹਾਂ। ਹੁਣ ਜਿਸ ਬਿੰਦੂ 'ਤੇ ਇਹ ਕੱਟ ਰਹੇ ਹਨ ਉਸ ਬਿੰਦੂ ਨੂੰ ਅਸੀਂ x ਦੇ ਨਾਲ ਮਿਲਾ ਲੈਂਦੇ ਹਾਂ। ਇਸ ਤਰ੍ਹਾਂ ਸਾਡੇ ਕੋਲ 75 ਡਿਗਰੀ ਦਾ ਕੋਣ ਪ੍ਰਾਪਤ ਹੋ ਜਾਂਦਾ ਹੈ। ਆਓ ਹੁਣ ਇਸ ਨੂੰ d ਨਾਲ ਯਾਨੀ ਕਿ ਕੋਣ ਮਾਪਕ ਦੇ ਨਾਲ ਮਾਪ ਕੇ ਦੇਖਦੇ ਹਾਂ। ਤਾਂ ਬੱਚਿਓ ਤੁਸੀਂ ਦੇਖ ਰਹੇ ਹੋਗੇ ਕਿ ਸਾਡੇ ਕੋਲ 75 ਡਿਗਰੀ ਦਾ ਕੋਣ ਪ੍ਰਾਪਤ ਹੋ ਗਿਆ ਹੈ। ਇਸ ਤਰ੍ਹਾਂ ਅਸੀਂ d ਦੇ ਨਾਲ ਇਸ ਨੂੰ ਪੁਸ਼ਟੀ ਕਰ ਲਈ ਹੈ ਕਿ ਇਹ ਕੋਣ 75 ਡਿਗਰੀ ਦਾ ਹੀ ਹੈ। ਆਓ ਹੁਣ ਅੱਗੇ 135 ਡਿਗਰੀ ਦਾ ਕੋਣ ਬਣਾਉਂਦੇ ਹਾਂ ਅਤੇ ਫਿਰ ਉਸ ਨੂੰ d ਦੇ ਨਾਲ ਮਾਪ ਕੇ ਦੇਖਾਂਗੇ। ਪਹਿਲਾਂ ਵਾਂਗ ਹੀ ਇੱਕ ਕਿਰਨ ਖਿੱਚਦੇ ਹਾਂ ਜਿਸ ਦਾ ਕਿ ਨਾਮ ਰੱਖ ਲੈਂਦੇ ਹਾਂ ਅਸੀਂ OA। ਹੁਣ ਇੱਥੇ ਅਸੀਂ ਉੱਚੀ ਤਾਰ ਦੇ ਵਿਆਸ ਲੈ ਕੇ ਇੱਕ ਚਾਪ ਲਗਾਉਂਦੇ ਹਾਂ। ਇਸ ਵਾਰ ਅਸੀਂ ਇਸ ਨੂੰ ਪੂਰੀ ਘੁਮਾ ਲਵਾਂਗੇ ਕਿਉਂਕਿ ਅਸੀਂ ਪਹਿਲਾਂ 150 ਡਿਗਰੀ ਦਾ ਕੋਣ ਬਣਾਵਾਂਗੇ ਤੇ ਫਿਰ 120 ਤੇ 150 ਦਾ ਅੱਧ ਕਰਨਾ ਹੈ। ਤਾਂ ਉਸ ਦੇ ਲਈ ਅਸੀਂ ਪਹਿਲੇ ਇੱਕ ਚਾਪ ਲਗਾਉਂਦੇ ਹਾਂ ਜੋ ਕਿ 60 ਡਿਗਰੀ ਦਾ ਕੋਣ ਬਣਾਉਂਦੀ ਹੈ। ਉਸ ਤੋਂ ਬਾਅਦ ਫਿਰ ਦੂਜੀ ਚਾਪ ਲਗਾਉਂਦੇ ਹਾਂ ਇਸ ਬਿੰਦੂ ਨੂੰ ਕੇਂਦਰ ਮੰਨ ਕੇ ਜਿੱਥੇ ਕਿ 120 ਡਿਗਰੀ ਦਾ ਕੋਣ ਬਣਦਾ ਹੈ। ਫਿਰ ਤੀਸਰੀ ਚਾਪ ਲਗਾਉਂਦੇ ਹਾਂ ਜੋ ਕਿ 180 ਡਿਗਰੀ ਦਾ ਕੋਣ ਬਣਾਉਂਦੀ ਹੈ। ਸੋ ਅਸੀਂ ਇਸ ਚਾਪ ਨੂੰ ਥੋੜ੍ਹਾ ਜਿਹਾ ਹੋਰ ਪੂਰਾ ਕਰ ਲੈਂਦੇ ਹਾਂ ਤਾਂ ਸਾਡੇ ਕੋਲ ਇੱਥੇ 180 ਦਾ ਕੋਣ ਪ੍ਰਾਪਤ ਹੋ ਜਾਂਦਾ ਹੈ। ਸੋ ਇੱਥੇ ਸਾਡੇ ਕੋਲ 60 ਡਿਗਰੀ ਦਾ ਕੋਣ ਹੈ, ਇੱਥੇ 120 ਹੈ ਅਤੇ ਇੱਥੇ 180 ਹੈ। ਹੁਣ 120
ਅਤੇ 180 ਦਾ ਅੱਧ ਕਰਕੇ ਅਸੀਂ 150 ਦਾ ਕੋਣ ਪ੍ਰਾਪਤ ਕਰਦੇ ਹਾਂ, ਕਿਉਂਕਿ 120 ਪਲੱਸ 180 ਇਹ ਸਾਡੇ ਕੋਲ ਹੋ ਜਾਂਦਾ ਹੈ 300 ਅਤੇ 300 ਦਾ ਅੱਧ ਸਾਡੇ ਕੋਲ ਪ੍ਰਾਪਤ ਹੋ ਜਾਵੇਗਾ 150। ਸੋ ਇਸ ਦਾ ਅੱਧ ਕਰਨ ਦੇ ਲਈ ਅਸੀਂ ਚਾਪ ਲਗਾਉਂਦੇ ਹਾਂ ਅਤੇ ਫਿਰ ਜਿੱਥੇ 120 ਡਿਗਰੀ ਦਾ ਕੋਣ ਸੀ ਉਹ ਚਾਪ ਲਗਾ ਕੇ ਆਪਸ ਦੇ ਵਿੱਚ ਕੱਟ ਲੈਂਦੇ ਹਾਂ। ਹੁਣ ਜਿੱਥੇ ਪੁਆਇੰਟ ਮਿਲਦਾ ਹੈ ਉਸ ਬਿੰਦੂ ਨੂੰ O ਦੇ ਨਾਲ ਮਿਲਾ ਦਿੰਦੇ ਹਾਂ ਤਾਂ ਸਾਨੂੰ 150 ਡਿਗਰੀ ਦਾ ਕੋਣ ਪ੍ਰਾਪਤ ਹੋ ਜਾਂਦਾ ਹੈ। ਹੁਣ ਅਸੀਂ 120 ਡਿਗਰੀ ਦਾ ਕੋਣ ਜੋ ਕਿ ਇੱਥੇ ਬਣਦਾ ਹੈ, ਜਿਸ ਨੂੰ ਕਿ ਅਸੀਂ ਮਿਲਾ ਕੇ ਇੱਥੇ ਵਧਾ ਲੈਂਦੇ ਹਾਂ, ਇੱਕ ਕਿਰਨ ਬਣਾ ਲੈਂਦੇ ਹਾਂ, ਤਾਂ ਇੱਥੇ ਸਾਡੇ ਕੋਲ 120 ਡਿਗਰੀ ਦਾ ਕੋਣ ਹੈ। ਹੁਣ 120 ਡਿਗਰੀ ਪਲੱਸ 150 ਡਿਗਰੀ ਇਹ ਸਾਡੇ ਕੋਲ 270 ਡਿਗਰੀ ਹੋ ਜਾਂਦਾ ਹੈ, ਜਿਸ ਦਾ ਕਿ ਅੱਧ ਸਾਡੇ ਕੋਲ 135 ਡਿਗਰੀ ਬਣਦਾ ਹੈ। ਤਾਂ ਇੱਥੇ ਅਸੀਂ ਇਹਨਾਂ ਦੋਨਾਂ ਕੋਣਾਂ ਦਾ ਸਮਦੁਭਾਜਿਤ ਕਰਾਂਗੇ। ਸੋ ਇਸ ਕੋਣ ਨੂੰ ਥੋੜਾ ਜਿਹਾ ਕਿਰਨ ਨੂੰ ਅਸੀਂ ਇੱਥੇ ਮਿਲਾ ਲੈਂਦੇ ਹਾਂ। ਸੋ ਫਿਰ ਇਸ ਬਿੰਦੂ ਨੂੰ ਕੇਂਦਰ ਮੰਨ ਕੇ ਕੋਣਾਂ ਦੇ ਵਿਚਕਾਰ ਚਾਪ ਲਗਾਉਂਦੇ ਹਾਂ ਤੇ ਇੱਧਰ 120 ਤੋਂ ਲਗਾਉਂਦੇ ਹਾਂ। ਜਿੱਥੇ ਇਹ ਦੋਨੋਂ ਮਿਲਦੇ ਹਨ ਉਸ ਬਿੰਦੂ ਨੂੰ ਅਸੀਂ O ਦੇ ਨਾਲ ਮਿਲਾ ਦਿੰਦੇ ਹਾਂ। ਤਾਂ ਹੁਣ ਇਸ ਕੋਣ ਨੂੰ ਅਸੀਂ ਮਾਪਕ ਦੇ ਨਾਲ ਮਾਪ ਕੇ ਦੇਖਦੇ ਹਾਂ, D ਦੇ ਨਾਲ। ਤਾਂ ਤੁਸੀਂ ਦੇਖ ਸਕਦੇ ਹੋ ਬੱਚਿਓ, ਇਹ ਜੋ ਕੋਣ ਹੈ ਇਹ 135 ਡਿਗਰੀ ਦਾ ਕੋਣ ਬਣ ਗਿਆ ਹੈ।